आप जलंधर शहर में जो कर रहे हो ना, आप करी जाओ, हमें उससे कोई मतलब नहीं ना। हमारे दो मसले हैं। लॉरेंस बिश्नोई के जो मासी का लड़का है वो बोल रहे हो? उसका सगा भाई बोल रहा हूँ। अनमोल बिश्नोई। हाँ जी। ਮੈਨੂੰ ਕਹਿੰਦਾ ਤੂੰ ਇੰਟਰਫੇਅਰ ਨਾ ਕਰ ਸਾਡੇ ਬੰਦਿਆਂ ਦੇ ਖਿਲਾਫ, ਤੂੰ ਕਰਪਸ਼ਨ ਉਜਾਗਰ ਨਾ ਕਰ ਜਾਂ ਉਹਨਾਂ ਦੀਆਂ ਤੂੰ ਸ਼ਿਕਾਇਤਾਂ ਨਾ ਪਾ, नहीं ਤਾਂ तेरा अंजाम माड़ा होएगा। एक 60 फुटी रोड वाली जो बिल्डिंग है ना, उसकी बयाने की कॉपी जो आपको वो वापस लेनी पड़ेगी। दूसरा, धनाल गांव में जो कोटा कंप्लेंट आपने पुलिस की है ना, वो आपको वापस लेनी पड़ेगी। तो भाई ऐसे है, वो तो वापस नहीं हो सकती दोनों। तो फिर तगड़े होके रहिएगा आप। ਉਹਨਾਂ ਨੇ ਥ੍ਰੈਟ ਮੈਨੂੰ ਕੀਤਾ ਕਿ ਤੈਨੂੰ ਗੋਲੀ ਦੀ ਆਵਾਜ਼ ਹੀ ਆਏਗੀ ਬਸ। ਜਿਹੜੇ ਪੁਲਿਸ ਵਾਲੇ ਪਹਿਲੇ ਕਹਿ ਰਹੇ ਸੀ ਕਿ ਐਵੇਂ ਤੁਹਾਨੂੰ ਫੇਕ ਕਾਲ ਹੋਣੀ ਹੈ ਕੋਈ, ਵੀ ਸਾਨੂੰ ਤੁਸੀਂ ਵੌਇਸ ਸੈਂਪਲਿੰਗ ਮੈਚ ਕਰ ਲੈਂਦੇ ਹੋ, ਇਹ ਉਹ 20-25 ਮਿੰਟ ਦੇ ਬਾਅਦ ਹੀ ਫਟਾਫਟ ਲੌਂਚ ਕਰੋ FIR। ਮੈਨੂੰ ਕਿਹਾ ਕਿ ਤੁਸੀਂ ਇਦਾਂ ਨਹੀਂ ਜਾਣਾ ਜਲੰਧਰ, SHO ਦੀ ਗੱਡੀ ਨਾਲ ਭੇਜੀ, ਕੁਝ ਸਪੈਸ਼ਲ ਅਸਲਾ ਕੱਢਿਆ ਗਿਆ। ਉਹਨੇ ਕਿਹਾ ਕਿ ਨਹੀਂ ਉਹ ਫਲਾਣੀ SLR ਕੇ ਪਤਾ ਨਹੀਂ ਕੀ ਇੱਦਾਂ ਨਾਮ ਲਿਆ ਅਸਲੇ ਦਾ, ਵੀ ਉਹ ਕੱਢ ਨਾਲ ਰੱਖ। ਕਰਦੇ ਕੀ ਪਏ ਹੋ ਤੁਸੀਂ ਇਹੋ ਜਿਹਾ ਕਿ ਤੁਹਾਨੂੰ ਇੱਕ ਮੋਸਟ ਵਾਂਟਡ ਗੈਂਗਸਟਰ, ਉਹਦਾ ਬ੍ਰਦਰ ਜੋ ਹੈਗਾ ਜੋ ਬਾਹਰ ਰਹਿੰਦਾ ਪਿਆ, ਉਹ ਤੁਹਾਨੂੰ ਫੋਨ ਕਰਕੇ ਧਮਕਾਉਂਦਾ ਪਿਆ? ਮੈਂ ਜਿਹੜਾ ਇੰਨੇ ਸਾਲਾਂ ਦੀ ਆਪਣੀ ਜਿਹੜੀ ਲੜਾਈ ਹੈ ਕਰਪਸ਼ਨ ਦੇ ਖਿਲਾਫ ਲੜਦਾ ਆ ਰਿਹਾ, IAS ਆਫੀਸਰਸ ਤੱਕ ਮੈਂ ਜਿਹੜੀਆਂ ਇਨਕੁਆਇਰੀਜ਼ ਖੁਲਵਾਈਆਂ ਹੋਈਆਂ, ਜਿਹੜੀਆਂ ਨਜਾਇਜ਼ ਕਲੋਨੀਆਂ, ਇਲੀਗਲ ਕਲੋਨੀਜ਼ ਜਿਹੜੀਆਂ ਸਟੈਬਲਿਸ਼ ਹੋ ਰਹੀਆਂ ਪੰਜਾਬ ਵਿੱਚ, ਉਹ ਸਾਰਿਆਂ ਦੇ ਉੱਤੇ ਕੁਐਸਚਨ ਮਾਰਕ ਖੜਾ ਕੀਤਾ ਹੋਇਆ ਕਿ ਇਹ ਲੀਗਲ ਕਿੱਦਾਂ। ਰਾਈਟ ਨਾਓ ਆਈ ਐਮ ਵਰਕਿੰਗ ਔਨ ਸਮ corruption angle done in the local government in the very involvement with the local body minister ਜਿਹੜੇ ਐਕਸ ਸਾਡੇ ਬ੍ਰਹਮ ਮਹਿੰਦਰਾ ਰਹੇ ਨੇ। ਖੁੱਲ੍ਹੇਆਮ ਇਸ ਚੀਜ਼ ਦਾ ਤੁਸੀਂ ਔਨ ਇੰਟਰਵਿਊ ਇਹ ਚੀਜ਼ ਕਹਿੰਦੇ ਪਏ ਹੋ, ਇਹ ਤਾਂ ਐਲੀਗੇਸ਼ਨਸ ਨੇ। ਅਸੀਂ ਵਿਦ ਪ੍ਰੂਫ ਲੈ ਕੇ ਆਵਾਂਗੇ। ਮੈਂ ਤਾਂ ਦੇਖੋ ਐਲੀਗੇਟ ਕਰ ਹੀ ਨਹੀਂ ਰਿਹਾ, ਮੈਂ ਇਹ ਕਹਿ ਰਿਹਾ ਜੇ ਕਿ ਆਈ ਐਮ ਵਰਕਿੰਗ ਔਨ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਰਿਵਾਇਤ ਸ਼ੁਰੂ ਹੋ ਚੁੱਕੀ ਹੈ, ਧਮਕੀਆਂ। ਔਰ ਬਾਹਰ ਬੈਠੇ ਹੋਏ ਜੋ ਲੋਕ ਆਪਣੇ ਆਪ ਨੂੰ ਗੈਂਗਸਟਰ ਦੱਸਦੇ ਨੇ, ਉਹ ਫੋਨ ਕਰਕੇ ਪੈਸੇ ਦੀ ਡਿਮਾਂਡ ਕਰਦੇ ਆ ਔਰ ਇਸ ਤੋਂ ਇਲਾਵਾ ਵੀ ਧਮਕੀਆਂ ਦਿੰਦੇ ਪਏ ਆ। ਇਹ ਤਾਜ਼ਾ ਕੇਸ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਹੈ, ਇਹਦੇ ਵਿੱਚ RTI ਐਕਟਿਵਿਸਟ ਨੇ ਸਿਮਰਨਜੀਤ ਸਿੰਘ, ਔਰ ਉਹਨਾਂ ਦਾ ਦਾਅਵਾ ਹੈ, ਉਹ ਕਹਿੰਦੇ ਪਏ ਆ ਕਿ ਉਹਨਾਂ ਨੂੰ ਫੋਨ ਕੀਤਾ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ। ਹਾਲਾਂਕਿ ਅਦਾਰਾ ਰੋਜ਼ਾਨਾ ਸਪੋਕਸਮੈਨ ਤੇ ਬਤੌਰ ਇਸ ਇੰਟਰਵਿਊ ਦਾ ਹੋਸਟ ਹੋਣ ਦੇ ਨਾਤੇ ਮੈਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ, ਲੇਕਿਨ ਜਿਸ ਵੇਲੇ ਇੰਟਰਵਿਊ ਕਰਦਾ ਪਿਆ ਉਸ ਤੋਂ ਕੁਝ ਸਮਾਂ ਪਹਿਲਾਂ ਅਸੀਂ ਇੰਸਪੈਕਟਰ ਜਨਰਲ ਆਫ ਪੁਲਿਸ ਦੇ ਹੈੱਡਕੁਆਟਰ ਤੋਂ ਆਏ ਹਾਂ, ਜਿੱਥੇ ਪ੍ਰੈਸ ਕਾਨਫਰੰਸ ਹੋ ਕੇ ਹਟੀ ਹੈ। ਉੱਥੇ ਵੀ ਇਹ ਸਵਾਲ ਚੁੱਕਿਆ ਗਿਆ ਸੀਗਾ ਕਿ ਲਗਾਤਾਰ ਬਾਹਰੋਂ ਫੋਨ ਕਾਲਸ ਆ ਰਹੀਆਂ ਨੇ ਔਰ ਪੰਜਾਬ ਦੇ ਲੋਕਾਂ ਨੂੰ ਧਮਕਾਇਆ ਜਾ ਰਿਹਾ, ਭਾਵੇਂ ਉਹ ਬਿਜ਼ਨਸਮੈਨ ਨੇ, ਭਾਵੇਂ ਉਹ ਕੋਈ ਰਸੂਖਦਾਰ ਬੰਦਾ ਹੈ, ਉਹਨਾਂ ਨੂੰ ਧਮਕਾਇਆ ਜਾ ਰਿਹਾ। ਜਿੱਥੇ ਕਿ ਸੁਖਚੈਨ ਸਿੰਘ ਗਿੱਲ ਹੋਰਾਂ ਨੇ ਇਹ ਕਿਹਾ ਕਿ ਉਹਦੇ 'ਚੋਂ ਜ਼ਿਆਦਾਤਰ ਜਿਹੜੀਆਂ ਕਾਲਸ ਆ ਰਹੀਆਂ ਨੇ ਉਹ ਫੇਕ ਹੈ। ਪਰ ਸਿਮਰਨਜੀਤ ਸਿੰਘ ਹੋਰਾਂ ਦਾ ਜੋ ਮਾਮਲਾ ਉਹ ਬਿਲਕੁਲ ਡਿਫਰੈਂਟ ਹੈ। ਜਦੋਂ ਉਹ ਰਿਪੋਰਟ ਦਰਜ ਕਰਵਾਉਂਦੇ ਆ ਔਰ ਕਹਿੰਦੇ ਨੇ ਕਿ ਅਨਮੋਲ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦੇ ਭਰਾ ਨੇ ਉਹਨਾਂ ਨੂੰ ਕਾਲ ਕੀਤੀ ਹੈ, ਉਸ ਤੋਂ ਬਾਅਦ ਇੱਥੋਂ ਉਹਨਾਂ ਦੇ ਨਾਲ ਸੁਰੱਖਿਆ ਕਰਮੀ ਭੇਜੇ ਜਾਂਦੇ ਨੇ ਮੋਹਾਲੀ ਤੋਂ ਜਲੰਧਰ ਤੱਕ ਕਿ ਇਹਨਾਂ ਨੂੰ ਸੁਰੱਖਿਅਤ ਘਰੇ ਪਹੁੰਚਾ ਕੇ ਆਇਆ ਜਾ ਸਕੇ। ਲੇਕਿਨ ਇਸ ਤੋਂ ਪਹਿਲਾਂ ਇਹ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਾ, ਮੈਂ ਦੁਬਾਰਾ ਉਹ ਚੀਜ਼ ਰਿਪੀਟ ਕਰ ਦਿੰਦਾ ਕਿ ਇਹ ਆਡੀਓ ਦੀ ਪੁਸ਼ਟੀ ਅਦਾਰਾ ਰੋਜ਼ਾਨਾ ਸਪੋਕਸਮੈਨ ਤੇ ਬਤੌਰ ਇਸ ਇੰਟਰਵਿਊ ਦਾ ਹੋਸਟ ਹੋਣ ਦੇ ਨਾਤੇ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਹਾਂ। ਲੇਕਿਨ ਕੀ ਕੁਝ ਹੋਇਆ ਔਰ ਇਸ ਤੋਂ ਬਾਅਦ ਜੋ FIR ਦਰਜ ਹੋਈ ਹੈ ਉਸ ਆਡੀਓ ਨੂੰ ਲੈ ਕੇ, ਉਹਦੇ ਲਈ ਗੱਲਬਾਤ ਕਰਾਂਗੇ। ਸਿਮਰਨਜੀਤ ਸਿੰਘ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਪਹਿਲਾ ਸਵਾਲ ਜਿਹੜਾ ਹੈਗਾ ਬੇਸਿਕ ਉਹ ਇਹੀ ਹੈ ਕਿ ਤੁਹਾਡੀ ਗੱਲ ਤੇ ਇਹ ਯਕੀਨ ਕਿਵੇਂ ਕੀਤਾ ਜਾਵੇ ਕਿ ਜੋ ਇਹ ਆਡੀਓ ਹੈਗੀ ਔਰ ਜੋ ਫੋਨ ਦੇ ਉੱਤੇ ਤੁਹਾਡੀ ਕਨਵਰਸੇਸ਼ਨ ਹੋਈ ਹੈ, ਇਹ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਹੀ ਹੈ? ਦੇਖੋ, ਜਦੋਂ ਮੈਂ ਕੱਲ ਚੰਡੀਗੜ੍ਹ ਵਿਖੇ ਸੀ, ਮੈਂ ਜਲੰਧਰ ਵਾਪਸ ਜਾ ਰਿਹਾ ਸੀ ਤੇ ਔਨ ਦੀ ਵੇ ਮੈਨੂੰ ਕਾਲ ਆਉਂਦੀ ਹੈ ਫਰੋਮ ਸਮ ਅਨਨੋਨ ਨੰਬਰ ਆਊਟਸਾਈਡ ਦੀ ਕੰਟਰੀ। ਜਦੋਂ ਮੈਂ ਫੋਨ ਚੱਕਦਾ ਤੇ ਬੜੇ ਗਾਲਾਂ ਕੱਢਦਾ ਹੋਇਆ ਉਹ ਮਾੜੇ ਲਹਿਜੇ ਨਾਲ ਗੱਲ ਸਟਾਰਟ ਕਰਦਾ। ਮੈਂ ਉਹਨੂੰ ਕਹਿੰਦਾ, ਬਾਈ ਜੀ ਗੱਲ ਆਰਾਮ ਨਾਲ ਦੱਸੋਗੇ ਤੇ ਕੋਈ ਗੱਲ ਹੋ ਪਾਏਗੀ, ਵੀ ਇੱਦਾਂ ਤੁਸੀਂ ਜਿੱਦਾਂ ਗੱਲ ਕਰ ਰਹੇ ਹੋ ਇੱਦਾਂ ਨਾ ਮੈਨੂੰ ਪਤਾ ਲੱਗਣਾ ਕਿਸੇ ਗੱਲ ਦਾ ਨਾ ਤੁਹਾਨੂੰ। ਉਹ ਥੋੜ੍ਹਾ ਜਿਹਾ ਕੂਲ ਡਾਊਨ ਹੋ ਕੇ ਮੈਨੂੰ ਕਹਿੰਦਾ ਕਿ ਜੋ ਤੂੰ ਕੰਮ ਕਰ ਰਿਹਾ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਸਾਡੇ ਬੰਦਿਆਂ ਨਾਲ
ਤੂੰ ਇੰਟਰਫੇਅਰ ਨਾ ਕਰ ਸਾਡੇ ਬੰਦਿਆਂ ਦੇ ਖਿਲਾਫ ਕੋਈ ਵੀ ਜਿਹੜਾ ਤੂੰ ਕਰਪਸ਼ਨ ਉਜਾਗਰ ਨਾ ਕਰ ਜਾਂ ਉਹਨਾਂ ਦੀਆਂ ਤੂੰ ਸ਼ਿਕਾਇਤਾਂ ਨਾ ਪਾ, ਨਹੀਂ ਤਾਂ ਤੇਰਾ ਅੰਜਾਮ ਮਾੜਾ ਹੋਏਗਾ। ਉਦੋਂ ਤੱਕ ਤਾਂ ਮੈਨੂੰ ਵੀ ਯਕੀਨ ਨਹੀਂ ਸੀਗਾ ਕਿ ਇਹ ਕਾਲ, ਜੋ ਕਿ ਆਪਣੇ ਆਪ ਨੂੰ ਅਨਮੋਲ ਬਿਸ਼ਨੋਈ ਦੱਸ ਰਿਹਾ ਕਿ ਮੈਂ ਲਾਰੈਂਸ ਬਿਸ਼ਨੋਈ ਦਾ ਭਰਾ ਹਾਂ, ਮੈਂ ਉਹਨੂੰ ਮਜ਼ਾਕ ਦੇ ਲਹਿਜੇ ਵਿੱਚ ਕਿਹਾ ਵੀ ਤੂੰ ਲਾਰੈਂਸ ਬਿਸ਼ਨੋਈ ਦੇ ਮਾਸੀ ਦਾ ਮੁੰਡਾ? ਕਹਿੰਦਾ ਨਹੀਂ, ਉਹ ਤਾਂ ਸਚਿਨ ਹੈ, ਮੈਂ ਅਨਮੋਲ ਬਿਸ਼ਨੋਈ ਹੂੰ। ਤੇ ਮੈਂ ਥੋੜਾ ਜਿਹਾ ਫਿਰ ਮੈਨੂੰ ਹੋਇਆ ਕਿ ਜਿਹਨੂੰ ਮੈਂ ਤਾਂ ਇੱਕ ਮਜ਼ਾਕ ਦੇ ਲਹਿਜੇ 'ਚ ਕਿਹਾ ਸੀਗਾ ਤੇ ਇਹਨੂੰ ਉਹਦੇ ਮਾਸੀ ਦੇ ਮੁੰਡੇ ਦਾ ਵੀ ਨਾਮ ਪਤਾ, ਜਿਹੜਾ ਕਿ ਮੈਨੂੰ ਹੀ ਨਹੀਂ ਸੀ ਪਤਾ। ਔਰ ਤੁਰੰਤ ਮੈਂ ਜਦੋਂ ਪੁਲਿਸ ਥਾਣੇ ਪਹੁੰਚਿਆ, ਐਸਐਸਪੀ ਸਾਹਿਬ ਦੇ ਨਾਲ ਗੱਲ ਕੀਤੀ, ਐਸਐਸਪੀ ਮੋਹਾਲੀ, ਉੱਥੇ ਆਈਜੀ ਸਾਹਿਬ ਨਾਲ ਗੱਲ ਕੀਤੀ, ਗੁਰਪ੍ਰੀਤ ਭੁੱਲਰ ਜੀ ਨਾਲ, ਕਿ ਮੈਨੂੰ ਇੱਦਾਂ ਥ੍ਰੈਟ ਆਈ ਹੈ ਬਿਸ਼ਨੋਈ ਗੈਂਗ ਦੀ, ਕਿਉਂਕਿ ਮੈਂ ਪਿੱਛੇ ਕਾਫੀ ਦਿਨਾਂ ਤੋਂ ਦੇਖ ਰਿਹਾ ਸੀ ਕਿ ਥ੍ਰੈਟਸ ਕਾਲ ਪੰਜਾਬ ਦੇ ਵਿੱਚ ਕਾਫੀ ਲੋਕਾਂ ਨੂੰ ਆ ਰਹੀਆਂ ਸੀ ਔਰ ਪੁਲਿਸ ਟਰੇਸ ਵੀ ਕਰ ਰਹੀ ਸੀ। ਔਰ ਜਦੋਂ ਗੁਰਪ੍ਰੀਤ ਭੁੱਲਰ ਜੀ ਨੇ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਮੈਨੂੰ ਰਿਕਾਰਡਿੰਗ ਭੇਜੋ, ਅਸੀਂ ਵੌਇਸ ਸੈਂਪਲ, ਜਿਹੜੇ ਸਾਡੇ ਕੋਲ ਕੁਝ ਵੌਇਸ ਸੈਂਪਲਸ ਹੈਗੇ ਆ, ਤਾਂ ਵੀ ਵਿਲ ਚੈੱਕ ਇਟ ਐਂਡ ਵੈਰੀਫਾਈ ਫਰੋਮ ਆਵਰ ਸਾਈਬਰ ਸੈੱਲ। ਤੇ ਫਿਰ ਮੈਂ ਚੈੱਕ ਕਰਕੇ ਵੀ ਅਸੀਂ ਦੇਖਦੇ ਹਾਂ ਵੀ ਐਵੇਂ ਕੋਈ ਫੇਕ ਕਾਲ ਹੋਣੀ ਹੈ, ਜੋ ਉਹਨਾਂ ਨੇ ਮੈਨੂੰ ਤੁਰੰਤ ਜੋ ਉਹਨਾਂ ਨੇ ਕਿਹਾ। ਮੈਂ ਥਾਣੇ ਬੈਠਾ ਸੀ, ਉਨੀ ਦੇਰ 'ਚ SHO ਸਾਹਿਬ ਵੀ ਆ ਗਏ ਜਿਹੜੇ ਰਾਊਂਡ 'ਤੇ ਗਏ ਹੋਏ ਸੀ, ਤੇ ਆਈ ਹੈਵ ਸੈਂਡ ਦੀ ਜੋ ਮੇਰੇ ਕੋਲ ਰਿਕਾਰਡਿੰਗ ਮੈਂ ਕਰ ਲਈ ਸੀ ਉਹ ਟੂ ਦੀ IG, ਟੂ ਦੀ SHO ਐਂਡ ਕੰਸਰਨਡ DSP ਸਾਹਿਬ ਨਾਲ ਵੀ ਮੇਰੀ ਗੱਲ ਹੋਈ, ਤੇ ਨਾਲ ਹੀ ਭੁੱਲਰ ਸਾਹਿਬ ਕਹਿੰਦੇ ਵੀ ਮੈਂ ਸਾਈਬਰ ਸੈੱਲ ਨੂੰ ਭੇਜੀ ਹੈ ਵੀ ਤੁਸੀਂ ਵੇਟ ਕਰੋ। ਉਸ ਤੋਂ ਬਾਅਦ ਜਦੋਂ ਤੁਰੰਤ ਪੁਲਿਸ 15-20 ਮਿੰਟ ਬਾਅਦ ਹੀ ਹਰਕਤ ਦੇ ਵਿੱਚ ਆ ਗਈ, ਉਹਨਾਂ ਦਾ ਚੱਲਣ ਥੋੜਾ ਤੇਜ਼ ਹੋ ਗਿਆ ਸਾਰੇ ਥਾਣੇ ਦਾ, ਕਦੀ ਕੋਈ ਹੋਰ ਮੁਲਾਜ਼ਮ ਆਉਣ ਲੱਗ ਗਿਆ, ਹਰਕਤ ਵੱਧ ਗਈ ਥੋੜੀ। ਤੇ ਮੈਨੂੰ ਥੋੜਾ ਜਿਹਾ ਮਾਈਂਡ ਦੇ ਵਿੱਚ ਹੋਇਆ, ਕਿਉਂਕਿ ਪਹਿਲਾਂ ਹੀ ਮੈਂ ਟੈਨਸ਼ਨ ਸੀਗਾ ਕਿ ਮੈਨੂੰ ਗੋਲੀ ਮਾਰਨ ਦੀ ਧਮਕੀ ਆਈ ਸੀ, ਤੇ ਉਹ ਕਹਿੰਦੇ ਵੀ ਇਮੀਡੀਏਟਲੀ FIR ਲੌਜ ਕਰੋ। ਸਾਨੂੰ SSP ਸਾਹਿਬ ਦਾ ਹੁਕਮ ਆਇਆ ਵੀ ਇਮੀਡੀਏਟਲੀ ਲੌਜ ਦੀ FIR। ਤੇ ਮੈਨੂੰ ਲੱਗਾ ਵੀ ਕੁਛ ਦੇयर ਇਜ਼ ਸਮਥਿੰਗ ਸੀਰੀਅਸ, ਕਿਉਂਕਿ ਜਿਹੜੇ ਪੁਲਿਸ ਵਾਲੇ ਪਹਿਲੇ ਕਹਿ ਰਹੇ ਸੀ ਕਿ ਐਵੇਂ ਤੁਹਾਨੂੰ ਫੇਕ ਕਾਲ ਹੋਣੀ ਹੈ ਕੋਈ, ਵੀ ਸਾਨੂੰ ਤੁਸੀਂ ਵੌਇਸ ਸੈਂਪਲਿੰਗ ਮੈਚ ਕਰ ਲੈਂਦੇ ਹੋ, ਉਹ 20-25 ਮਿੰਟ ਦੇ ਬਾਅਦ ਹੀ ਫਟਾਫਟ ਲੌਜ ਕਰੋ FIR। ਜਿਹੜੇ ਕਹਿ ਰਹੇ ਸੀ ਕਿ ਵੀ ਵਿਲ ਇਨਵੈਸਟੀਗੇਟ, ਦੇਖਾਂਗੇ ਵੌਇਸ ਮੈਚ ਕਰਦੀ ਕਿ ਨਹੀਂ ਐਂਡ ਆਲ ਦੈਟ। ਸਿਮਰਨ ਜੀ, ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਉਹਨਾਂ ਨੇ ਵੌਇਸ ਸੈਂਪਲਸ ਮਿਲਾਏ, ਪੁਲਿਸ ਥਾਣੇ ਦੀ ਹਰਕਤ ਦੇ ਵਿੱਚ ਆ ਗਈ ਜੀ, ਔਰ ਵੌਇਸ ਸੈਂਪਲ ਮਿਲਾਉਣ ਤੋਂ ਬਾਅਦ ਪੁਲਿਸ ਥਾਣੇ ਦੀ ਜੋ ਸੀਗੀ ਉਹ ਹਰਕਤ ਦੇ ਵਿੱਚ ਆਂਦੀ ਹੈ, ਤਾਂ ਤੁਸੀਂ ਕੀ ਇਸ ਚੀਜ਼ ਨੂੰ ਵੈਰੀਫਾਈ ਕਰਦੇ ਹੋ ਕਿ ਵਾਕਈ ਉਹ ਪੁਲਿਸ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਲੱਗਾ ਕਿ ਇਹ ਅਨਮੋਲ ਬਿਸ਼ਨੋਈ ਦੀ ਆਵਾਜ਼ ਹੈ? ਮੈਂ SHO ਸਾਹਿਬ ਨੂੰ ਪੁੱਛਿਆ ਕਿ ਤੁਸੀਂ ਇਹਦੇ ਤੋਂ ਕੀ ਜੱਜ ਕਰ ਰਹੇ ਹੋ ਕਿ ਇਹ ਤੁਹਾਨੂੰ ਮਤਲਬ ਕੋਈ ਫੇਕ ਕਾਲ ਹੈ ਕਿ ਕੀ ਹੈ? ਕਹਿੰਦੇ ਅਸੀਂ ਪੂਰਾ ਇਨਵੈਸਟੀਗੇਟ ਕਰਾਂਗੇ, ਬਟ ਅਜੇ ਫਿਲਹਾਲ ਇਹਨੂੰ ਆਪਾਂ, ਸਾਨੂੰ ਜੋ IG ਸਾਹਿਬ ਦਾ ਹੁਕਮ ਹੈ, SSP ਸਾਹਿਬ ਦਾ, ਇਹਨੂੰ ਅਸੀਂ ਸੀਰੀਅਸ ਲੈ ਰਹੇ ਹਾਂ, ਪ੍ਰਾਈਮਾ ਫੇਸਾਈ ਸੀਰੀਅਸ ਲੈ ਰਹੇ ਹਾਂ। ਕਿ ਉਹ ਦੇਖੋ ਪੁਲਿਸ ਕਦੀ ਦੱਸਦੀ ਨਹੀਂ ਹੁੰਦੀ ਪੂਰਾ ਸੱਚ, ਕਿ ਉਹਨਾਂ ਨੂੰ ਮੇਰੇ ਬਾਰੇ ਨਹੀਂ ਪਤਾ ਕਿ ਮੈਂ ਕਿਤੇ ਜ਼ਿਆਦਾ ਘਬਰਾ ਨਾ ਜਾ ਜਾਂ ਕੁਛ ਹੋਰ। ਉਹਨਾਂ ਨੇ ਦੇਖੋ ਪਹਿਲੇ ਤੇ FIR ਲੌਜ ਕੀਤੀ ਸਾਰੀ ਸਟੇਟਮੈਂਟ ਰਿਕਾਰਡ ਕਰਕੇ, ਔਰ ਸੀਰੀਅਸਨੈਸ ਮੈਨੂੰ ਉਦੋਂ ਹੋਰ ਜ਼ਿਆਦਾ ਲੱਗੀ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇੱਦਾਂ ਨਹੀਂ ਜਾਣਾ ਜਲੰਧਰ, ਵੀ ਸਾਡੇ ਜਿਹੜੇ ਮੁਲਾਜ਼ਮ ਹੈਗੇ ਆ SHO ਦੀ ਗੱਡੀ ਨਾਲ ਭੇਜੀ, ਮੁਲਾਜ਼ਮ ਸਪੈਸ਼ਲ ਅਸਲਾ ਕੱਢਿਆ, ਅੰਦਰੋਂ ਕੁਝ ਸਪੈਸ਼ਲ ਅਸਲਾ ਕੱਢਿਆ ਗਿਆ। ਇੱਕ ਤਾਂ ਹੁੰਦਾ ਕਿ ਨਾਰਮਲ ਰਾਈਫਲ ਹੈ ਕੋਲ ਜਾਂ ਕੁਝ ਹੋਰ ਹੈ, ਇਹ ਥਾਣੇ ਦੇ SHO ਨੇ, ਹਾਂ, ਉਹਨੇ ਕਿਹਾ ਕਿ ਨਹੀਂ ਉਹ ਫਲਾਣੀ SLR ਕੇ ਪਤਾ ਨਹੀਂ ਕੀ ਇੱਦਾਂ ਨਾਮ ਲਿਆ ਅਸਲੇ ਦਾ, ਵੀ ਉਹ ਕੱਢ ਨਾਲ ਰੱਖ। ਉਹ ਅਸਲਾ ਰੱਖਿਆ ਗਿਆ ਗੱਡੀ ਦੇ ਵਿੱਚ, ਔਰ ਮੈਨੂੰ ਰਾਤੀ ਘਰ ਜਲੰਧਰ ਮੇਰੇ ਘਰ ਛੱਡ ਕੇ ਅਫਸਰਾਂ ਨਾਲ ਫੋਨ ਤੇ ਗੱਲ ਕਰਾਈ ਕਿ ਹਾਂਜੀ ਘਰ ਪਹੁੰਚਾਤਾ। ਤੁਸੀਂ ਮੋਹਾਲੀ ਤੋਂ ਜਲੰਧਰ ਤੱਕ ਦਾ ਜੋ ਸਫ਼ਰ ਤੈਅ ਕੀਤਾ, ਉਹਦੇ ਨਾਲ ਤੁਹਾਡੇ ਨਾਲ ਪੁਲਿਸ ਮੁਲਾਜ਼ਮ, ਪੁਲਿਸ ਪ੍ਰੋਟੈਕਸ਼ਨ, ਬਤੌਰ ਸੁਰੱਖਿਆ ਦੇ ਤੌਰ ਤੇ ਤੁਹਾਡੇ ਨਾਲ ਭੇਜੇ ਗਏ? ਬਿਲਕੁਲ ਬਿਲਕੁਲ ਜੀ, ਬਿਲਕੁਲ। ਔਰ ਇਹ ਆਡੀਓ ਸੁਣਨ ਤੋਂ ਬਾਅਦ ਜੀ ਉਸ ਤੋਂ ਮੈਨੂੰ ਥੋੜਾ ਜਿਹਾ ਹੋਰ ਜ਼ਿਆਦਾ ਮੈਨੂੰ ਗੰਭੀਰਤਾ ਨਾਲ ਲਿਆ ਕਿ ਵੀ ਜਿਹੜਾ ਦੇਖੋ, ਅਦਰਵਾਈਜ਼ ਜੇ ਉਹਨਾਂ ਨੂੰ ਬਿਲਕੁਲ ਵੀ ਡਾਊਟ ਨਾ ਹੁੰਦਾ ਤੇ ਕਦੀ ਵੀ ਤੁਸੀਂ ਵੀ ਇੰਨੇ ਟਾਈਮ ਤੋਂ ਜਰਨਲਿਜ਼ਮ 'ਚ ਹੈਗੇ ਹੋ, ਜਰਨਲਿਸਟ ਹੋ, ਬੜਾ ਕਰ ਰਹੇ ਹੋ, ਕਦੀ ਵੀ ਪੁਲਿਸ ਇੰਨੀ ਹਰਕਤ 'ਚ ਨਹੀਂ ਆਉਂਦੀ ਕਿ ਨਾਰਮਲ DDR ਦਰਜ ਕਰਤੀ, ਵੀ ਆਰ ਇਨਵੈਸਟੀਗੇਟਿੰਗ, ਜੇ ਬਹੁਤ ਜ਼ਿਆਦਾ ਆ ਤੇ FIR ਵੀ ਦਰਜ ਕਰਤੀ, ਤੇ ਇਹ ਨਹੀਂ ਹੈ ਕਿ ਸਪੈਸ਼ਲ ਅਸਲੇ ਕੱਢੋ
ਘਰ ਛੱਡ ਕੇ ਆਓ, ਫਿਰ ਥੋੜਾ ਜਿਹਾ ਮੈਨੂੰ ਬਲੀਵ ਲੱਗਾ। ਕਿਉਂਕਿ ਦੇਖੋ ਮੈਂ ਤਾਂ ਇਨਫੈਕਟ ਸੱਚਾਈ ਤਾਂ ਇਹ ਹੈ ਕਿ ਮੇਰਾ ਕਦੀ ਬਿਸ਼ਨੋਈ ਗੈਂਗ ਨਾਲ ਕਿਸੇ ਵੀ ਬੰਦੇ ਨਾਲ ਗੱਲ ਹੋਈ, ਨਾ ਮੈਨੂੰ ਉਹਨਾਂ ਦੀ ਆਵਾਜ਼ ਦਾ ਪਤਾ ਹੀ ਹੈ। ਇਹ ਤਾਂ ਦੇਖੋ ਅਸੀਂ ਦੱਸ ਹੀ ਨਹੀਂ ਸਕਦੇ, ਕਿਉਂਕਿ ਕਦੀ ਅਸੀਂ ਇੱਦਾਂ ਦੇ ਗੈਂਗਸਟਰ ਗਰੁੱਪਸ ਦੇ ਨਾਲ ਕਦੀ ਤਾਲੁਕਾਤ ਨਹੀਂ ਰੱਖੇ। ਤੋ ਇਹ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਵੌਇਸ ਸੈਂਪਲਿੰਗ ਕੀ ਮਤਲਬ ਹੁੰਦੀ ਵੀ ਹੈ ਕੁਝ। ਫਿਰ ਤੁਹਾਡਾ ਤਾਲੁਕਾ ਜੁੜਦਾ ਕਿੱਥੇ ਜਾ ਕੇ? ਨਾ ਤਾਂ ਇਹ ਐਕਸਟੋਰਸ਼ਨ ਕਾਲ ਸੀ, ਇਹ ਤੁਹਾਨੂੰ ਕਿਹਾ ਗਿਆ ਕਿ ਕੋਈ ਤੁਸੀਂ ਜੋ ਕੰਮ ਕਰਦੇ ਪਏ ਹੋ ਉੱਤੇ ਪੂਰਨ ਵਿਰਾਮ ਲਗਾ ਦਿਓ, ਫੁੱਲ ਸਟਾਪ ਲਗਾ ਦਿਓ, ਨਹੀਂ ਤੇ ਉਹਦੇ ਅੰਜਾਮ ਜਿਹੜੇ ਹੈਗੇ ਨੇ ਜਿਸ ਕਾਲ ਦੇ ਵਿੱਚ ਉਹਨਾਂ ਨੇ ਆਪੇ ਹੀ ਦੱਸਦੇ ਕਿ ਕੀ ਹੋਣਗੇ। ਕਰਦੇ ਕੀ ਪਏ ਹੋ ਤੁਸੀਂ ਇਹੋ ਜਿਹਾ ਕਿ ਤੁਹਾਨੂੰ ਇੱਕ ਮੋਸਟ ਵਾਂਟਡ ਗੈਂਗਸਟਰ ਔਰ ਉਹਦਾ ਬ੍ਰਦਰ ਜੋ ਹੈਗਾ, ਜੋ ਬਾਹਰ ਰਹਿੰਦਾ ਪਿਆ, ਜੋ ਮੀਡੀਆ ਰਿਪੋਰਟਸ ਦੇ ਵਿੱਚ ਛਪਦਾ ਪਿਆ, ਔਰ ਜਿਸ ਤਰੀਕੇ ਦੇ ਨਾਲ ਪੁਲਿਸ ਕਹਿੰਦੀ ਪਈ ਹੈ ਕਿ ਉਹ ਬਾਹਰ ਚਲਾ ਗਿਆ, ਉਹ ਤੁਹਾਨੂੰ ਫੋਨ ਕਰਕੇ ਧਮਕਾਉਂਦਾ ਪਿਆ, ਤੁਸੀਂ ਇਹੋ ਜਿਹੇ ਕਿਹੜੇ ਮਤਲਬ ਕਿ? ਦੇਖੋ ਜੀ, ਦੋ ਗੱਲਾਂ ਹੈ। ਇੱਕ ਤਾਂ ਜਿਹੜਾ ਤੁਸੀਂ ਕਿਹਾ ਕਿ ਐਕਸਟੋਰਸ਼ਨ ਨਹੀਂ ਕੀਤਾ, ਮੈਂ ਉਹਦੇ ਤੇ ਥੋੜਾ ਸਾਫ਼ ਕਰਦਾ ਕਿ ਐਕਸਟੋਰਸ਼ਨ ਕੱਲਾ ਇਹ ਨਹੀਂ ਹੁੰਦਾ ਕਿ ਤੁਹਾਡੇ ਕੋਲ ਪੈਸੇ ਮੰਗਣੇ। ਐਕਸਟੋਰਸ਼ਨ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਹ ਹੈ ਕਿ ਕੋਈ ਵੀ ਵੈਲਿਊਏਬਲ ਚੀਜ਼ ਉਹਦੇ 'ਚ ਡੈਫੀਨੇਸ਼ਨ ਲਾਅ 'ਚ ਇਹ ਹੈ ਕਿ ਐਨੀ ਡਿਮਾਂਡ ਔਰ ਐਨੀ ਫੇਵਰ ਆਫ ਵੈਲਿਊਏਬਲ ਥਿੰਗ ਔਰ ਆਈਟਮ, ਸਮਥਿੰਗ ਲਾਈਕ ਦੈਟ। ਕਿ ਉਹਨੇ ਜਿਹੜਾ ਕਿਹਾ ਕਿ ਤੇਰੇ ਕੋਲ ਜਿਹੜਾ ਬਿਆਨਾ ਹੈ ਕਿ ਉਹਨੂੰ ਭੁੱਲ ਜਾ, ਜਾਂ ਉਹਨੂੰ ਫਾੜ ਦੇ, ਡਿਸਟਰੋਏ ਕਰ ਦੇ, ਜਾਂ ਉਹਨੂੰ ਵਿਡਰੋ ਕਰ ਲੈ। ਬਿਆਨਾ ਇਟਸੈਲਫ ਇੱਕ ਵੈਲਿਊਏਬਲ ਡਾਕੂਮੈਂਟ ਹੈ, ਉਹ ਇਟਸੈਲਫ ਇੱਕ ਵੈਲਿਊਏਬਲ ਡਾਕੂਮੈਂਟ ਹੈ ਵਿਚ ਅਮਾਊਂਟਸ ਟੂ ਐਕਸਟੋਰਟ। ਮੰਨ ਲਓ ਤੁਹਾਡੇ ਕੋਲ ਕੋਈ ਵੀ ਇੱਕ ਵੈਲਿਊਏਬਲ ਪ੍ਰੋਡਕਟ ਹੈ, ਮੈਂ ਤੁਹਾਨੂੰ ਕਹਿੰਦਾ ਇਹਨੂੰ ਕੁਛ ਵੀ ਉਹਦੇ ਕਿਸੇ ਵੀ ਫਾਰਮ 'ਚ ਉਹਦੀ ਡਿਮਾਂਡ ਕਰ ਲਾਂ, ਇਟ ਅਮਾਊਂਟਸ ਟੂ ਐਕਸਟੋਰਸ਼ਨ। ਕਿ ਇਹ ਨਹੀਂ ਹੁੰਦਾ ਕਿ ਮੈਂ ਕੋਈ ਗੈਂਗਸਟਰ ਧਮਕਾ ਕੇ ਇਹ ਕਹੇ ਕਿ ਮੈਨੂੰ 25 ਲੱਖ ਦੇ 5 ਲੱਖ ਦੇ ਤਾਂ ਹੀ ਐਕਸਟੋਰਸ਼ਨ ਹੋਏਗਾ। ਐਕਸਟੋਰਸ਼ਨ ਇਜ਼ ਡਿਮਾਂਡ ਔਰ ਡਿਸਟਰੋਏ ਆਫ ਐਨੀ ਵੈਲਿਊਏਬਲ ਡਾਕੂਮੈਂਟ ਔਰ ਆਈਟਮ। ਬਟ ਤੁਸੀਂ ਬੜੇ ਕੌਨਫੀਡੈਂਟ ਨਾਲ, ਜਦੋਂ ਅਸੀਂ ਰਿਕਾਰਡਿੰਗ ਸੁਣਦੇ ਹਾਂ, ਤੁਸੀਂ ਬੜੇ ਕੌਨਫੀਡੈਂਟ ਦੇ ਨਾਲ ਇਹ ਚੀਜ਼ ਉਹਨੂੰ ਕੌਨਫੀਡੈਂਟ ਹੋ ਕੇ ਕਹੀ ਹੈ ਕਿ ਇਹ ਤਾਂ ਨਹੀਂ ਹੋਏਗਾ ਜੀ। ਕਿਉਂਕਿ ਪਹਿਲੇ ਤੇ ਦੇਖੋ ਜੀ, ਮੈਂ ਜਿਹੜਾ ਇੰਨੇ ਸਾਲਾਂ ਦੀ ਆਪਣੀ ਜਿਹੜੀ ਲੜਾਈ ਹੈ ਕਰਪਸ਼ਨ ਦੇ ਖਿਲਾਫ ਲੜਦਾ ਆ ਰਿਹਾ। ਟਰਾਂਸਪੇਰੈਂਸੀ ਜਿਹੜੀ ਗਵਰਨਮੈਂਟ ਡਿਪਾਰਟਮੈਂਟਸ ਦੇ ਵਿੱਚ ਟਰਾਂਸਪੇਰੈਂਸੀ ਹੋਵੇ, ਉਹਦੇ ਵਿੱਚ ਜੋ ਆਫਿਸਰਸ ਹੈਗੇ ਨੇ ਜਾਂ ਪੋਲੀਟੀਕਲ ਲੀਡਰਸ ਜੋ ਇਹਨਾਂ ਨੇ ਜੋ ਇੰਨੇ ਸਾਲਾਂ ਦਾ ਪੰਜਾਬ ਨੂੰ ਨਰਕ ਦੇ ਵਿੱਚ ਧਕੇਲਿਆ, ਇਹਦੇ ਖਿਲਾਫ ਮੈਂ ਲੜਾਈ ਬਹੁਤ ਸਾਲਾਂ ਤੋਂ ਲੜਦਾ ਆ ਰਿਹਾ। ਔਰ ਵੱਖ-ਵੱਖ ਟਾਈਮ ਤੇ ਮੈਂ ਬੜੇ ਕਰਪਸ਼ਨ ਦੇ ਮੁੱਦੇ, ਬੜੇ ਚੀਜ਼ਾਂ, ਵਿਜੀਲੈਂਸ ਤੋਂ ਵੀ ਇਨਕੁਆਇਰੀਜ਼ ਕਾਫੀ ਮੇਰੇ ਆਫਿਸਰਸ ਦੇ ਖਿਲਾਫ ਚੱਲ ਰਹੀਆਂ ਹੈਗੀਆਂ। ਜਿਹੜੇ IAS ਆਫਿਸਰਸ ਤੱਕ ਮੈਂ ਜਿਹੜੀਆਂ ਇਨਕੁਆਇਰੀਜ਼ ਖੁਲਵਾਈਆਂ ਹੋਈਆਂ, ਔਰ ਵਿਜੀਲੈਂਸ ਜਿਹੜੀ ਹੈ ਉਹ ਇਨਕੁਆਇਰੀਜ਼ ਕਰ ਰਹੀ ਹੈ। ਔਰ ਹੋਰ ਵੀ ਕਈ ਐਂਗਲਸ ਹੈ, ਜਿਵੇਂ ਕਈ ਮੈਂ ਪੂਰੇ ਪੰਜਾਬ ਦੀ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਹੋਈ ਹਾਈ ਕੋਰਟ ਵਿੱਚ, ਜਿਹਦੇ ਵਿੱਚ ਕਰੋੜਸ ਆਫ ਮਨੀ ਇਨਵੋਲਵ ਹੈ। ਕਿਉਂਕਿ ਉਹਦੇ ਵਿੱਚ ਕੀ ਹੈ ਕਿ ਮੈਂ ਇੱਕ ਤਾਂ ਗਵਰਨਮੈਂਟ ਦੀ ਪਾਲਿਸੀ ਨੂੰ ਚੈਲੰਜ ਕੀਤਾ ਹੋਇਆ, ਜਿਹਦੇ ਵਿੱਚ ਕਲੋਨੀਜ਼ ਨੂੰ ਰੈਗੂਲਰ ਕਰਦੇ ਆ, ਔਰ ਜਿਹੜੀਆਂ ਨਜਾਇਜ਼ ਕਲੋਨੀਆਂ, ਇਲੀਗਲ ਕਲੋਨੀਜ਼ ਜਿਹੜੀਆਂ ਸਟੈਬਲਿਸ਼ ਹੋ ਰਹੀਆਂ ਪੰਜਾਬ ਵਿੱਚ, ਉਹ ਸਾਰਿਆਂ ਦੇ ਉੱਤੇ ਕੁਐਸਚਨ ਮਾਰਕ ਖੜਾ ਕੀਤਾ ਹੋਇਆ ਕਿ ਇਹ ਲੀਗਲ ਕਿੱਦਾਂ, ਜੇ ਇਲੀਗਲ ਹੈ ਤਾਂ ਇਹਨਾਂ ਨੂੰ ਡਿਮੋਲਿਸ਼ ਕਰੋ। ਔਰ ਇੱਕ ਕਲੋਨੀ ਹੈ ਜਿਹੜੀ ਉਹਦੀ ਜਿਹੜੀ ਇੱਕ ਅਮਾਊਂਟ ਹੈ ਉਹ ਕਰੋੜਸ ਵਿੱਚ ਪਹੁੰਚ ਜਾਂਦੀ ਹੈ। ਕਿਉਂਕਿ ਕਈ ਕਲੋਨੀਜ਼ ਜਿਹੜੀਆਂ ਇਹਦੇ ਵਿੱਚ ਹੈਗੀਆਂ, ਕੋਈ 10 ਏਕੜ ਦੀ ਹੈ, ਕੋਈ 5 ਏਕੜ ਦੀ ਹੈ, ਕੋਈ 20 ਏਕੜ ਦੀ ਹੈ, ਕਈ ਵਿਲਾਸ ਹੈਗੇ ਹੈ। ਮਤਲਬ ਦੇਰ ਆਰ ਵੈਰੀ ਬਿਗ ਸਕੈਮਸ। ਔਰ ਇੱਥੋਂ ਤੱਕ ਕਿ ਮੈਂ ਇੱਕ ਜਲੰਧਰ ਦਾ LED ਘੁਟਾਲਾ 274 ਕਰੋੜ 274 ਕਰੋੜਸ, ਜਾਂ ਕਈ ਆਪਾਂ ਮੰਤਰੀ ਕਹਿ ਲਈਏ। ਮੈਂ ਹੁਣ ਰਾਈਟ ਨਾਓ ਆਈ ਐਮ ਵਰਕਿੰਗ ਔਨ ਸਮ ਕਰਪਸ਼ਨ ਐਂਗਲ ਡਨ ਇਨ ਦੀ ਲੋਕਲ ਗਵਰਨਮੈਂਟ ਇਨ ਦੀ ਵੈਰੀ ਇਨਵੋਲਵਮੈਂਟ ਵਿਦ ਦੀ ਲੋਕਲ ਬੋਡੀ ਮਿਨਿਸਟਰ ਜਿਹੜੇ ਐਕਸ ਸਾਡੇ ਬ੍ਰਹਮ ਮਹਿੰਦਰਾ ਰਹੇ ਨੇ, ਉਹਨਾਂ ਦੀ ਇਨਵੋਲਵਮੈਂਟ ਦੇ ਨਾਲ ਔਰ ਕੁਝ ਸੀਨੀਅਰ ਅਧਿਕਾਰੀਆਂ ਦੀ ਇਨਵੋਲਵਮੈਂਟ ਦੇ ਨਾਲ ਇਹ ਬੜਾ ਵੱਡਾ ਇੱਕ ਸਕੈਂਡਲ ਕੀਤਾ ਗਿਆ, ਪੂਰੇ ਪੰਜਾਬ ਦੇ ਰੈਵਨਿਊ ਨਾਲ ਲਾਸ ਹੋਇਆ। ਮੈਂ ਉਹਦੇ 'ਤੇ ਵਰਕਆਊਟ ਕਰ ਰਿਹਾ। OP ਸੋਨੀ ਜੀ ਜਿਹੜੇ ਹੈਗੇ ਨੇ, ਉਹਨਾਂ ਦੇ ਇੱਕ ਕੋਈ ਕੁਛ ਫਾਈਲਸ ਦੇ ਇਸ਼ੂ ਦੇ ਉੱਤੇ ਮੈਂ ਵਰਕਆਊਟ ਕਰ ਰਿਹਾ। ਤੁਸੀਂ ਇਹ ਹੁਣ ਕੁਝ ਹੋਰ ਇਨਫੋਰਮੇਸ਼ਨ ਖੁੱਲ੍ਹੇਆਮ ਇਸ ਚੀਜ਼ ਦਾ ਤੁਸੀਂ ਔਨ ਇੰਟਰਵਿਊ ਇਹ ਚੀਜ਼ ਕਹਿੰਦੇ ਪਏ ਹੋ, ਇਹ ਤਾਂ ਐਲੀਗੇਸ਼ਨਸ ਨੇ। ਅਸੀਂ ਵਿਦ ਪ੍ਰੂਫ ਲੈ ਕੇ ਆਵਾਂਗੇ। ਮੈਂ ਤਾਂ ਦੇਖੋ ਐਲੀਗੇਟ ਕਰ ਹੀ ਨਹੀਂ ਰਿਹਾ, ਮੈਂ ਇਹ ਕਹਿ ਰਿਹਾ ਅਜੇ ਕਿ ਆਈ ਐਮ ਵਰਕਿੰਗ ਔਨ ਦੈਟ। ਮੈਂ ਉਹਨਾਂ 'ਤੇ ਵੀ ਵਰਕਆਊਟ ਕਰ ਰਿਹਾ ਕਿ ਇਸ ਜਿਹੜੇ ਅਦਾਰਿਆਂ ਦੇ ਵਿੱਚ, ਇਸ ਡਿਪਾਰਟਮੈਂਟਸ ਦੇ ਵਿੱਚ ਜਿਹੜੀ ਕਰਪਸ਼ਨ ਹੋਈ ਹੈ, ਇਨਫੋਰਮੇਸ਼ਨ ਬ੍ਰੌਡਕਾਸਟਿੰਗ ਦੇ ਵਿੱਚ ਜਿਹੜੀ ਇਹਨਾਂ ਨੇ ਜੋ ਸਭ ਕੀਤਾ ਹੈਗਾ,
ਮੈਂ ਹੁਣ ਉਹਦੇ ਤੇ ਵਰਕਆਊਟ ਕਰ ਰਿਹਾ ਕਿਤੇ ਨਾ ਅੱਛਾ, ਕਿਤੇ। ਇੱਕ ਚੀਜ਼ ਮੈਨੂੰ ਦੱਸੋ, ਥੋੜਾ ਜੀ। ਡੀਟਰੈਕ ਹੋ ਰਹੇ ਹਾਂ, ਮੈਨੂੰ ਇਹ ਦੱਸੋ ਕਿ ਇਹ ਕਾਲ ਤੋਂ ਬਾਅਦ ਕਿਸੇ ਤਰੀਕੇ ਦੀ ਕੋਈ ਹੋਰ ਹਰਕਤ ਤੁਸੀਂ ਤੁਹਾਡੇ ਨਜ਼ਰ ਦੇ ਵਿੱਚ ਆਈ, ਜਾਂ ਤੁਹਾਨੂੰ ਦੁਬਾਰਾ ਕਿਸੇ ਤਰੀਕੇ ਦੇ ਨਾਲ ਕਿਸੇ ਨੇ ਕੋਈ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਦੇਖੋ, 2:30-3 ਵਜੇ ਤੇ ਮੈਂ ਸਵੇਰੇ ਕਹਿ ਸਕਦੇ ਹਾਂ 2:30-3 ਵਜੇ ਘਰ ਪਹੁੰਚਿਆ ਜਲੰਧਰ। ਇਸ ਤੋਂ ਬਾਅਦ ਤੇ ਫਿਰ ਇੰਨੀ ਲੇਟ ਪਹੁੰਚਣ ਕਰਕੇ ਔਰ ਆਈ ਵਾਸ ਵੈਰੀ ਡਿਪਰੈਸਡ। ਮੈਨੂੰ ਥੋੜ੍ਹਾ ਜਿਹਾ ਫਾਰਮ 'ਚ ਆਉਂਦੇ ਉੱਠ ਕੇ ਇਹ ਸਾਰਾ ਕੁਝ ਸੋਚ ਕੇ ਇੱਕ ਰਿਵਾਈਜ਼ ਕਰਨ ਨੂੰ ਬੜਾ ਟਾਈਮ ਲੱਗਾ। ਮੈਂ ਦੁਪਹਿਰੇ ਹੀ ਘਰੋਂ ਨਿਕਲਿਆ ਅੱਜ। ਸੋ ਇੱਦਾਂ ਦਾ ਕੁਝ ਅਜੇ ਤੱਕ ਮਤਲਬ ਇੰਨਾ ਟਾਈਮ ਹੀ ਨਹੀਂ ਸਪੈਂਡ ਹੋਇਆ ਕਿ ਮੈਨੂੰ ਕੁਝ ਹਰਕਤ ਵਗੈਰਾ ਲੱਗੇ ਕੁਝ। ਔਰ ਦੁਪਹਿਰੇ ਮੈਂ ਜਦੋਂ ਘਰੋਂ ਨਿਕਲਿਆ ਤੇ ਨਾਓ ਆਈ ਐਮ ਡਾਇਰੈਕਟ ਇਨ ਯੋਰ ਸਟੂਡੀਓ। ਸੋ ਇਸ ਕਰਕੇ ਅਜੇ ਕੋਈ ਇੱਦਾਂ ਦੀ ਹਰਕਤ ਨਹੀਂ ਨਜ਼ਰ ਆਈ ਇੰਨੀ ਫਾਸਟ। ਰਾਤ ਨੂੰ ਹੋ ਸਕਦਾ ਕਿ ਰਾਤ ਨੂੰ ਮੈਨੂੰ ਡਰ ਸੀਗਾ ਕਿ ਜਿਸ ਤਰੀਕੇ ਨਾਲ ਰਿਐਕਟ ਕਰ ਰਹੇ ਸੀਗੇ ਕਿ ਮੇਰਾ ਸ਼ਾਇਦ ਮੇ ਵੀ ਪਿੱਛਾ ਕਰਦੇ ਜਾਂ ਕੁਝ ਇੱਦਾਂ ਦਾ, ਲੇਕਿਨ ਉਹ ਮੈਨੂੰ ਪੁਲਿਸ ਛੱਡਣ ਗਈ ਘਰ। ਇਸ ਕਰਕੇ ਮੈਂ ਥੋੜ੍ਹਾ ਸੇਫ ਉਹਦੇ ਵਿੱਚ ਹੋ ਗਿਆ। ਇਹ ਸਾਰਾ ਕੁਝ ਹੈਗਾ। ਬਟ ਮੈਨੂੰ ਹੁਣ ਇਹੀ ਇੱਕ ਡਰ ਕਿ ਜਿੱਦਾਂ ਉਹਨਾਂ ਨੇ ਥ੍ਰੈਟ ਮੈਨੂੰ ਕੀਤਾ ਕਿ ਤੈਨੂੰ ਗੋਲੀ ਦੀ ਆਵਾਜ਼ ਹੀ ਆਏਗੀ ਬਸ, ਤੇ ਉਹ ਥੋੜ੍ਹਾ ਜਿਹਾ ਮੈਨੂੰ ਥ੍ਰੈਟ ਹੈਗਾ। ਤੇ ਜਿਹੜਾ ਕਿ ਮੈਨੂੰ IG ਗੁਰਪ੍ਰੀਤ ਭੁੱਲਰ ਜੀ ਨੇ, ਕਮਿਸ਼ਨਰ ਆਫ ਪੁਲਿਸ ਜਲੰਧਰ, ਜਿਹੜੇ ਉਹਨਾਂ ਦੇ ਵੀ ਮੈਂ ਨੋਟਿਸ ਲਿਆਤਾ ਹੈ, ਐਂਡ DGP ਸਾਹਿਬ ਦੇ ਗੌਰਵ ਯਾਦਵ ਜੀ ਦੇ ਵੀ ਨੋਟਿਸ ਇਹ ਗੱਲ ਲਿਆਤੀ ਹੈ। ਤੇ ਉਹਨਾਂ ਨੇ ਮੈਨੂੰ ਅਨੁਵਾਸ਼ਨ ਦਿੱਤਾ, ਇੰਸ਼ੋਰਟੀ ਦਿੱਤੀ ਹੈ ਕਿ ਵੀ ਅਸੀਂ ਤੁਹਾਡੀ ਜਿਹੜੀ ਹੈਗੀ ਹੈ ਲਾਈਫ ਸਿਕਿਉਰ ਕਰ ਰਹੇ ਹਾਂ, ਵੀ ਆਰ ਪ੍ਰੋਵਾਈਡਿੰਗ ਯੂ ਅ ਸਿਕਿਉਰਿਟੀ। ਤੋ ਮੈਂ ਹੁਣ ਆਪਣਾ ਜਸਟ ਆਈ ਐਮ ਵੇਟਿੰਗ ਕਿ ਵੀ ਦੇਖੋ ਮੇਰੀ ਜਾਨ ਮਾਲ ਦੀ ਜਿਹੜੀ ਹੈ ਹਰੇਕ ਨੂੰ ਹੁੰਦਾ ਕਿ ਮੈਨੂੰ ਜੇ ਥ੍ਰੈਟ ਆਈ ਹੈ, ਇਫ ਪੁਲਿਸ ਹੈਜ਼ ਲੌਜ ਸੱਚ ਅ FIR, ਸੋ ਦੇ ਮਸਟ ਸਿਕਿਉਰ मी। हाँ जी, हाँ जी। बताइए। भाई साहब, आप जलंधर शहर में जो कर रहे हो ना, आप करी जाओ, हमें उससे कोई मतलब नहीं ना। बात ये है कि हमारे दो मसले हैं। बताइए। एक 60 फुटी रोड वाली जो बिल्डिंग है ना, उसकी बयाने की कॉपी जो आपको वो वापस लेनी पड़ेगी। अच्छा जी। दूसरा, धनाल गांव में जो पुट्टा कंप्लेंट आपने पुलिस की है ना, वो आपको वापस लेनी पड़ेगी। ये दो हमारे मसले हैं। इसके अलावा आप शहर में जो मर्जी करो, हमें उससे कोई लेना देना नहीं। नहीं, आप मतलब लॉरेंस बिश्नोई के जो मासी का लड़का है वो बोल रहे हो ना? वो सचिन नहीं, मैं उसका सगा भाई बोल रहा हूँ, आपका क्या नाम है? अनमोल। अच्छा, अनमोल बिश्नोई। हाँ जी। तो भाई ऐसे है, वो तो वापस नहीं हो सकती दोनों। ठीक है फिर, ओके, हम आपको करके दिखा देंगे जो करना है। हाँ। अगर आपको बोलते ना आपके बारे में हमें कुछ पता नहीं, आप भी भाई साहब, आप भी हमारे जैसे ही हो, आप भी पियो होगे हो। आपको याद है आपकी वाइफ ने आप पे केस किया है लुधियाना में? हाँ हाँ, पता मुझे। उसमें आपके वारंट इशू हो गए, आप भी हो चुके हो। हाँ, पता मुझे। आपके जीजा जी जो अवतार नगर में कार सेल परचेज का काम करते हैं, वो क्या कुछ नहीं करते? आपकी हिस्सेदारी सारे 2 नंबर के काम की जो सारी हिस्सेदारी है उनकी, आप पता मुझे। ये सारी हिस्सेदारी उनकी है आपके साथ। अच्छा जी। ठीक है ना? हाँ, चलो तो फिर तगड़े होके रहिएगा आप। मैं तगड़ा हूँ। आपने जो गोली मारनी है मुझे बता के मारना, पीठ में मत मारना। बता कर थोड़ा मारने आएंगे हम। नहीं, वो तो बता मारेंगे के तो आपको, नहीं आएंगे। बता कर नहीं मारेंगे। बता के मत मारना, लेकिन पीठ में मत मारना। नहीं, आगे से वार करना। की आवाज आएगी, उसकी आगे कुछ नहीं आएगा। किसकी आवाज आएगी? ਜਿਸ ਤਰੀਕੇ ਦੇ ਨਾਲ ਪਹਿਲਾਂ ਸ਼ੁਰੂਆਤ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹ ਜੋ ਆਡੀਓ ਹੈ ਇਹਦੀ ਪੁਸ਼ਟੀ ਰੋਜ਼ਾਨਾ ਸਪੋਕਸਮੈਨ ਦਾ ਅਦਾਰਾ ਨਹੀਂ ਕਰਦਾ, ਔਰ ਬਤੌਰ ਹੋਸਟ ਹੋਣ ਦੇ ਨਾਤੇ ਅਸੀਂ ਪੁਸ਼ਟੀ ਨਹੀਂ ਕਰਦੇ ਹਾਂ, ਲੇਕਿਨ ਇਹ ਇੱਕ ਸੀਰੀਅਸ ਮੈਟਰ ਹੈ ਕਿਉਂਕਿ ਹਾਲ ਹੀ ਦੇ ਵਿੱਚ 29 ਮਈ ਨੂੰ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਸ਼ਰੇਆਮ ਮਾਰ ਦਿੱਤਾ ਜਾਂਦਾ, ਉਸ ਤੋਂ ਬਾਅਦ ਇੱਕ ਰਿਵਾਇਤ ਹੀ ਚੱਲਣੀ ਸ਼ੁਰੂ ਹੋ ਚੁੱਕੀ ਹੈ ਕਿ ਕੋਈ ਵੀ ਕਿਸੇ ਨੂੰ ਵੀ ਫੋਨ ਕਰਕੇ ਅੱਧੀ ਰਾਤ ਧਮਕਾ ਦਿੰਦਾ ਹੈ ਔਰ ਸਾਹਮਣੇ ਵਾਲੇ ਦੀਆਂ ਨੀਂਦਾਂ ਉਹਦੇ ਨਾਲ ਉੱਡ ਜਾਂਦੀਆਂ। ਔਰ ਇਹ ਇਨਵੈਸਟੀਗੇਸ਼ਨ ਦਾ ਮਸਲਾ ਹੈਗਾ, FIR ਜੋ ਹੈ ਲੌਜ ਹੋ ਚੁੱਕੀ ਹੋਈ ਹੈ, ਔਰ ਕਿਸ ਤਰੀਕੇ ਦੇ ਨਾਲ ਇਹ ਸਕੈਂਡਲ ਹੈ, ਸਕੈਮ ਹੈ, ਜਾਂ ਇਹਦੇ ਪਿੱਛੇ ਕੀ ਹਕੀਕਤ ਹੈ, ਇਹ ਸਾਹਮਣੇ ਆਣੀ ਬਹੁਤ ਜ਼ਰੂਰੀ ਹੈ ਔਰ ਲਾਜ਼ਮੀ ਹੈ, ਕਿਉਂਕਿ ਪੰਜਾਬ ਦੇ ਵਿੱਚ ਰਹਿਣ ਵਾਲਾ ਹਰ ਇੱਕ ਉਹ ਬਸ਼ਿੰਦਾ ਜੋ ਪੰਜਾਬ ਦੀ ਫਿਜ਼ਾ ਦੇ ਵਿੱਚ
ਖੁੱਲ੍ਹੇਆਮ ਘੁੰਮਣਾ ਚਾਹੁੰਦਾ ਹੈ ਔਰ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ, ਉਹ ਇਸ ਵਕਤ ਖੌਫਜ਼ਦਾ, ਉਹਦੇ ਦਿਲ ਦੇ ਵਿੱਚ ਔਰ ਦਿਮਾਗ ਦੇ ਵਿੱਚ ਇੱਕ ਡਰ ਬੈਠਿਆ ਹੋਇਆ ਹੈ। ਸਿਮਰਨਜੀਤ ਇੱਕ ਉਦਾਹਰਣ ਹੈ ਜਿਨ੍ਹਾਂ ਨੂੰ ਇੱਕ ਕਾਲ ਆਉਂਦੀ ਹੈ ਔਰ ਕਿਹਾ ਜਾਂਦਾ ਹੈ ਕਿ ਮੈਂ ਲਾਰੈਂਸ ਬਿਸ਼ਨੋਈ ਦਾ ਭਰਾ ਬੋਲਦਾ ਪਿਆ, ਅਨਮੋਲ ਬਿਸ਼ਨੋਈ, ਔਰ ਜੇ ਤੂੰ ਸਾਡੇ ਤਰੀਕੇ ਦੇ ਨਾਲ ਨਹੀਂ ਚੱਲੇਗਾ ਤੇ ਫਿਰ ਉਹਦੇ ਅੰਜਾਮ ਜੋ ਹੈਗੇ ਨੇ ਤੈਨੂੰ ਭੁਗਤਣੇ ਪੈਣਗੇ। ਇਸ ਤਰੀਕੇ ਦੀ ਜੋ ਇਹ ਥ੍ਰੈਟ ਕਾਲ ਆਈ ਹੈ, ਇਹਦੇ ਪਿੱਛੇ ਕਾਲ ਕੀਤੀ ਕਿੰਨੇ ਹੈ ਔਰ ਵਾਕਈ ਇਹ ਅਨਮੋਲ ਹੈ ਔਰ ਇਹ ਜੋ ਹੈ ਇਹ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਹੈ। ਇਹਦੇ ਪਿੱਛੇ ਤਹਿਕੀਕਾਤ ਹੋਣੀ ਬਹੁਤ ਜ਼ਰੂਰੀ ਔਰ ਲਾਜ਼ਮੀ ਹੈ। ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ, ਰੱਬ ਖੈਰ ਕਰੇ।